ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਨ। ਸ਼ਾਹ ਸ਼ਾਹਾਨ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਵਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ। ਕਰਮ ਨਾਮ ਬਰਨਤ ਸੁਮਤ ਬੇਸ਼ੁਮਾਰ ਅਥਾਹ। ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇਕ ਸੰਸਾਰੀ ਇਕ ਭੰਡਾਰੀ, ਇਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ, ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਵਿੱਚ ਬਿਰਾਜਮਾਨ ਬਹੁਤ ਹੀ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀ। ਅਸੀਂ ਸਤਿਗੁਰੂ ਜੀ ਦੀ ਕਿਰਪਾ ਨਾਲ, ਤੁਹਾਡੀ ਸਾਰਿਆਂ ਦੀ ਅਸੀਸ ਨਾਲ ਵਿਚਾਰ ਕਰਦੇ ਕਰਦੇ ਜੋ ਤਰੀਏ ਗੁਰ ਵਿਚਾਰ ਪ੍ਰੋਗਰਾਮ ਦੇ ਮਾਤਹਿਤ ਇਹ ਹੰਬਲਾ ਮਾਰਿਆ ਗਿਆ ਹੈ, ਸ੍ਰੀ ਜਪ ਨਿਸ਼ਾਨ ਬਾਣੀ ਦੀ 30ਵੀਂ ਪੌੜੀ ਤੇ ਪਹੁੰਚ ਗਏ ਹਾਂ। ਆਪ ਜੀ ਨੇ ਬੜੀ ਇਕਾਗਰਤਾ, ਸ਼ਰਧਾ, ਸ਼ਿੱਦਤ ਨਾਲ ਪਾਠ ਸਰਵਣ ਕੀਤਾ ਹੈ। ਸਨਮਾਨਯੋਗ ਸਾਧ ਸੰਗਤ, ਦਾਸ ਦਾ ਇਹ ਵਿਚਾਰ ਹੈ ਕਿ ਗੁਰਬਾਣੀ ਸਮਝਣ ਸਮਝਾਉਣ ਦਾ ਵਿਸ਼ਾ ਹੈ। ਜਿਸ ਤਰ੍ਹਾਂ ਤੁਸੀਂ
ਇੱਥੋਂ ਦਿੱਲੀ ਜਾਣਾ ਹੋਵੇ ਤੇ ਪਹਿਲਾਂ ਕਦੀ ਨਾ ਗਏ ਹੋਈਏ ਤੇ ਕਿਸੇ ਸਿਆਣੇ ਨੂੰ ਪੁੱਛੀਏ ਵੀ ਦਾਸ ਬੇਨਤੀ ਕਰ ਰਿਹਾ ਸੀ, ਗੁਰਬਾਣੀ ਸਮਝਣ ਸਮਝਾਉਣ ਦਾ ਵਿਸ਼ਾ ਹੈ। ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਨਿਮਰਤਾ ਨਾਲ ਕਹਿ ਦਿੰਦੇ ਹਾਂ ਜੀ ਗੁਰਬਾਣੀ ਨੂੰ ਕੌਣ ਵਿਚਾਰ ਸਕਦਾ, ਸਾਡੀ ਕੀ ਪਾਇਆ ਅਸੀਂ ਗੁਰਬਾਣੀ ਨੂੰ ਵਿਚਾਰ ਸਕੀਏ। ਜੇ ਐਸਾ ਹੁੰਦਾ ਨਾ ਤੇ ਫਿਰ ਹਜ਼ੂਰ ਨੇ ਇਹ ਨਹੀਂ ਸੀ ਕਹਿਣਾ ਵੀ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਠੀਕ ਹੈ ਵੀ ਅਸੀਂ ਸ਼ਬਦ ਦੀ ਵਿਚਾਰ ਕਰਕੇ ਇਹ ਦਾਵਾ ਨਾ ਕਰੀਏ ਕਿ ਇਹ ਨਿਰਣਾ ਹੈ, ਇਹ ਅੰਤਮ ਵਿਚਾਰ ਹੈ, ਪਰ ਜਿੰਨੀ ਕੁ ਤੌਫੀਕ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ ਅਸੀਂ ਆਰ ਪਾਰ ਕਰ ਸਕਨੇ ਹਾਂ। तो मैं अर्ज कर रहा सा इत्थों दिल्ली जाना होवे, पहला कदी गए ना होइए, किसी सियाणे नूं पुछीए भी महाराज की करा, वाहिगुरू तो वो सानू सलाह देगा भी तुसी साइन बोर्ड नूं फॉलो करते जाना। हुण उदों पहला विचारन वाली गल है भी साइन बोर्ड नूं फॉलो कौन करेगा। पहला साइन बोर्ड नूं पढ़ना पएगा, फिर समझना पएगा, फॉलो फिर कर सकांगे। तुहाडे कोल GPS है ਜਾਂ ਤੁਸੀਂ ਵੱਖ-ਵੱਖ ਮਿਊਨਿਸਪਲ ਕਾਰਪੋਰੇਸ਼ਨ ਦੇ ਸਾਈਨ ਬੋਰਡ ਤੋਂ ਪਹਿਲਾਂ ਉਹਨੂੰ ਪੜ੍ਹਨਾ ਜਿਸ ਤਰ੍ਹਾਂ ਗੁਰਮੁਖ ਪਿਆਰਿਆਂ ਨੇ ਹੁਣ ਪੜ੍ਹਿਆ, ਫਿਰ ਉਹਨੂੰ ਸਮਝਣਾ ਔਰ ਫਿਰ ਉਹਨੂੰ ਫੋਲੋ ਕਰਨਾ। ਤਾਂ ਅਸੀਂ ਮਿਡਲ ਵਿੱਚ ਆ, ਅਸੀਂ ਇਹਨੂੰ ਪੜ੍ਹ ਲਿਆ, ਹੁਣ ਅਸੀਂ ਸਮਝਣਾ ਹੈ ਵੀ ਇਹਦੇ ਵਿੱਚ ਮੈਸੇਜ ਕੀ ਹੈ। ਤਾਂ ਸਮਝਣ ਲਈ ਔਰ ਸਮਝਾਉਣ ਲਈ ਵਕਤੇ ਦੇ ਸਰੋਤਿਆਂ ਦਾ ਤਾਲਮੇਲ ਬੜਾ ਲਾਜ਼ਮੀ ਹੈ। ਤੁਸੀਂ ਬੜੀ ਇਕਾਗਰਤਾ ਬੜਾ ਸਾਥ ਦੇ ਕੇ ਅਸੀਸ ਦੇ ਕੇ ਗੁਰੂ ਕਿਰਪਾ ਨਾਲ ਤੇ ਤੁਹਾਡੀ ਸੀਸ ਨਾਲ ਹੀ ਤੇ ਵਿਚਾਰ ਹੁੰਦੀ ਹੈ। ਹੁਣ ਅੱਜ ਮਹਾਰਾਜ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਏਕਾ ਮਾਈ ਜੁਗਤ ਵਿਆਈ। ਇੱਕ ਮਾਈ ਜੁਗਤ ਨਾਲ ਪ੍ਰਸੂਤ ਹੋਈ ਅਕਾਲ ਪੁਰਖ ਦੇ ਹੁਕਮ ਵਿੱਚ। ਉਹ ਮਾਈ ਕੌਣ ਹੈ? ਮਾਇਆ। ਹੁਣ ਜਪਜੀ ਤੇ ਅਸੀਂ ਰੋਜ਼ ਹੀ ਪੜ੍ਹਨੇ ਆ, ਚੰਗੀ ਗੱਲ ਹੈ ਅਸੀਂ ਪੜ੍ਹੀਏ, ਪਰ ਹੁਣ ਜੇ ਪੁੱਛੀਏ ਵੀ ਪ੍ਰਸੂਤ ਕੀ ਹੈ, ਵਿਆਹੀ ਕੀ ਹੈ, ਤੇ ਮੇਰਾ ਖਿਆਲ ਹੈ ਵੀ ਕਿਸੇ ਟਾਵੇਂ ਟੱਲੇ ਗੁਰਸਿੱਖ ਨੂੰ ਛੱਡ ਕੇ ਸਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਨਹੀਂ, ਕਿਉਂਕਿ ਆਮ ਗ੍ਰਸਤੀ ਦੇ ਹੋਰ ਝਮੇਲੇ ਬੜੇ ਹੁੰਦੇ ਨੇ, ਕੌਣ ਸਟੀਕ ਦੇਖੇ। ਵਾਹਿਗੁਰੂ ਸਮਤ ਬਖਸ਼ੋ ਮਹਾਰਾਜ। तो हजूर बख्शिश कर रहे ने, ये जरूर ध्यान रखा करो। मैं कल भी बेनती बैठे सन लंगर विच ते राणा जी मेरे कोल बैठे सन ते गल चलदी सी भी ज्ञानी मान सिंह चौर कथा करते सन पे ते बच्चा डिस्टर्ब करता सी, तो उन्हों की आडियो रिकॉर्डिंग मिल जाती है। तो कोई बच्चा दौड़ रहा सी तो कह लगे बई आ संभालो किरपा किहदी है। तो तुसी कहो भी किरपा किवें? वो कहते भी बच्चा ना होवे ना, फिर गुरु चरणों च महाराज किरपा करो, सानू भी दात बख्शिश करो, महाराज किरपा करो। तो जदों किरपा मिल जाती है फिर बीबियों नूं संभाल के भी रखा करो, फिर किरपा एवें ना भज्जी फिरे जिवें हैदराबाद की जू पार्क हुंदी है। तो जरूर इस पासे ध्यान दिया करो, ये साडी विडंबना है। डिसिपलिन बड़ा जरूरी है। बच्चों नूं भी बच्चे शोर मचाते हैं जी, बच्चों नूं गुरुद्वारे लियाउणा ही नहीं, ये सलूशन नहीं गा। नहीं, असीं बच्चों नूं घरां च एजुकेट करिए ਤਾਂ ਹੀ ਉਹ ਅਵਸਥਾ ਬਣੇਗੀ ਵੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਲਿਆਵਾਂਗੇ ਹੀ ਨਹੀਂ ਤੇ ਫਿਰ ਨਹੀਂ ਗੱਲ ਬਣੇਗੀ। ਤਾਂ ਉਹਦੇ ਵਿੱਚ ਮੈਂ ਸਮਝਣਾ ਵੀ ਬੱਚੇ ਦਾ ਕੋਈ ਕਸੂਰ ਨਹੀਂ, ਕਸੂਰਵਾਰ ਥੋੜਾ ਬਹੁਤਾ ਹੈਣ ਤੇ ਮਾਵਾਂ ਨੇ, ਜਿਹੜੀਆਂ ਟਾਈਮ ਦੇ ਟਾਈਮ ਕਰਫਿਊ ਲਾਉਂਦੀਆਂ ਨੇ ਉਹਨਾਂ ਤੇ ਵੀ ਇਦਾਂ ਨਾ ਕਰ, ਰੌਲਾ ਨਾ ਪਾ, ਇਦਾਂ ਪੋ ਇਦਾਂ, ਔਰ ਘਰ ਐਜੂਕੇਟ ਨਹੀਂ ਕਰਨਾ। ਥੋੜਾ ਜਿਹਾ ਘਰ ਸਾਨੂੰ ਥੋੜਾ ਥੋੜਾ ਰੋਜ਼ इस पक्षों बच्चों को खबरदार करते रहना चाहिए और गुरुद्वारे बच्चों को जरूर लगते चारे लिया चाहिए। एक बारी सारी संगत खेतल कृपा करो, आखो सतनाम श्री वाहिगुरू जी। कृपा करो। एका माई जुगत व्याई तिन चेले परवान। हजूर गुरु नानक साहब सच्चे पातशाह बख्शिश कर रहे ने भी एक माई, माया रूपी माई, माया जिहड़ी है जिहदा वार-वार गुरबाणी विच जिक्र है और सिखिज़म विच साडे धार्मिक स्थानां ते करंसी लई भी शब्द माया ही वरतिया जाता है। माया गोलक विच पाओ जी, माया दे के रसीद जरूर
ਲਵੋ ਜੀ ਇਤਿਆਦ। तो हालांकि माया सिर्फ करेंसी नहीं, मैं भी अर्ज कर दिया, हरेक वो बेजान और जानदार वस्तु जिदे मोह विच पै के सानू जीवन का प्रयोजन भुल जाए, वो माया। ये माया जित हर विसरै मोह उपजै भाओ दूजा लाया। भगत नामदेव साहब महाराज कहते ने, माया नाम गर्भ जोन का तेह तज दर्शन पावो। होर माया दियां बड़ियां परिभाषावां गुरबाणी विच उल्लेख कीतियां गईयां ने। तो इत्थे महाराज माई माया नूं कहिंदे ने। माया अकाल पुरख दे हुक्म विच है। तो हजूर फरमान कर रहे ने, एका माई जुगत व्याई। व्याई शब्द जिहड़ा है, इहदी इत्थे स्पैलिंग है वावे नूं छियारी, ऐड़ा कन्ना ईड़ी नूं ब्यारी। इहदे अर्थ ने प्रसूत होना। जदों एक बीबा किसी बच्चे नूं जन्म देंदी है, वो जिहड़ी प्रोसैसिंग है ਉਹਨੂੰ ਸਾਡੀ ਲਿਟਰੇਰੀ ਬੋਲੀ 'ਚ, ਪੁਰਾਤਨ ਲਿਟਰੇਰੀ ਬੋਲੀ 'ਚ, ਧਾਰਮਿਕ ਲਿਟਰੇਰੀ ਬੋਲੀ 'ਚ ਪ੍ਰਸੂਤ ਹੋਣ ਦੀ ਕਿਰਿਆ ਕਹਿੰਦੇ ਨੇ। ਡਿਲੀਵਰੀ ਤੁਸੀਂ ਅੱਜ ਕੱਲ੍ਹ ਕਹਿ ਲੈਂਦੇ ਹੋ। तो ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਵੀ ਮਾਇਆ ਰੂਪੀ ਜਿਹੜੀ ਮਾਈ ਹੈ, ਉਹ ਵਾਹਿਗੁਰੂ ਦੀ ਬਖਸ਼ਿਸ਼ ਕੀਤੀ ਜੁਗਤ ਦੇ ਨਾਲ ਪ੍ਰਸੂਤ ਹੋਈ ਤੇ ਤਿੰਨ ਚੇਲੇ ਪ੍ਰਵਾਨ। ਕਿਹੜੇ ਕਿਹੜੇ ਤਿੰਨ ਚੇਲੇ? ब्रह्मा, विष्णु ते महेश। ये विदत रवे भी इत्थे तीन शब्द जिहड़ा तत्ते नूं छियारी, नन्ने नूं फिर छियारी है, और इहदे अर्थ त्रय ने, त्रय। पर यह भी चेता रवे भी तीन शब्द तत्ते नूं छियारी, नन्ने नूं छियारी नाल उन्हां दी सेंस विच भी आउंदा है। जिवें जिन पाया, जिन सेविया, तिन पाया। इत्थे तीन दे अर्थ ने उन्हां ने, पर इत्थे तीन दे अर्थ ने त्रय। हजूर गुरु नानक साहब सच्चे पातशाह कहते भी तीन चेले प्रवान दे इत्थे अर्थ ने प्रतख, क्योंकि प्रवान शब्द भी जपजी विच कई बारी आया, जिवें पंच प्रवान, पंच प्रधान, अगे जाके भी आवेगा। पर इत्थे प्रवान दे अखरी अर्थ ने प्रतख। तीन चेले प्रतख हो गए, ब्रह्मा जी, विष्णु जी ते महेश जी। इत्थे मैं एक होर अर्ज कर दियां, साडे विच कई बार अन मत दे जिहड़े देवी देवते ने जां उन्हां दा जिहदे विच विश्वास है, उन्हां दा नाम धार्मिक स्टेजां तो कई बार सत्कार नाल लैण दे विच ना कुछ प्रचारक हिचकिचाहट करदे ने, क्योंकि साडी कम्यूनिटी विच एक संकीर्णता आ गई है भी ब्रह्मा कौन है, विष्णु कौन है, महेश। ये ठीक है भी साडी उन्हां च आस्था नहीं स्पष्ट होवेगा, पर यह भी ठीक है भी जे कोई अपने धार्मिक स्थान पर गुरु नानक साहब का नाम अपमान ना लवे तो सानू किस तरह लगेगा। तो थोड़ा जिहा शालीनता, असी इस तरह का भी एटमोसफेयर क्रिएट करना है, माहौल बनाना है भी असी अपने गुरुआं का सत्कार चाहुंदे आ, असी उन्हां दे देवी देवतियां च आस्था ना रखीए, कोई हर्ज नहीं, पर जिवें वो साडे गुरुआं का नाम सत्कार ना लैंदे ने, लिहाजा असी भी एक चंगे गुआंढी होने का सबूत दईए। ब्रह्मा जी, विष्णु जी और महेश जी प्रतख रूप में आ गए। एका माई जुगत व्याई और तीन चेले प्रवान। एक संसारी, एक पंडारी, एक लाए दीवान। एक संसारी मैंने घर बारी, पैदाइश की वजह बनने वाला, पैदा करने वाला, और भंडारे का मालक, रिजक देने वाला, लोगों को रोजी अपड़दी करने वाला विष्णु जी, और संघार करके उन्होंने कर्मां का लेखा करने वाला शिव जी। गुरु नानक साहब सच्चे पातशाह कहते भी ये विचार प्रचलित सी ते प्रचलित है बई संसार की कार नूं तीन देवते, एक पैदा करता है, एक परवरिश करता है, तो एक संघार करता है। ये विचार प्रचलित सी, पर असल विच संसार दे लोकां नूं पैदा भी अकाल पुरख कर रहा है। गुरमुखो गुरमत की कहती है, ये तो विचार हो गए जिहड़े प्रचलित विचार ने। इत्थे मैं एक होर अर्ज कर दिया,
ਅਸੀਂ ਸਤਿਕਾਰ ਨਾਲ ਕਹਿੰਦੇ ਹਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰੋਲ ਸੱਚ ਹੈ, ਕੋਈ ਸ਼ੱਕ ਨਹੀਂ। ਪਰ ਗੱਲ ਸਮਝਣ ਲਈ ਮੈਂ ਅਰਜ਼ ਕਰਾਂ, ਕਿਤੇ ਕਿਤੇ ਨਾ ਬਾਣੀਕਾਰਾਂ ਨੇ ਅਨ ਮਤਾਂ ਦੇ ਖਿਆਲ ਦਿੱਤੇ ਨੇ, ਉਸ ਖਿਆਲ ਦੇ ਮੁਕਾਬਲੇ ਫਿਰ ਆਪਣਾ ਮਤ ਦੱਸਿਆ। ਜਿਸ ਤਰ੍ਹਾਂ ਜੋਗੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਨੇ, ਔਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਲਗਾਤਾਰ ਸਵਾਲ ਕਰ ਰਹੇ ਹੋ ਔਰ ਜਵਾਬ ਲੈ ਰਹੇ ਹੋ, ਤੁਸੀਂ ਵੀ ਤਾਂ ਦੱਸੋ ਵੀ ਤੁਹਾਡਾ ਸਿਧਾਂਤ ਕੀ ਹੈ। ਉਹ ਫਿਰ ਜੋਗੀ ਕਹਿੰਦੇ ਨੇ ਵੀ ਸਾਡੇ ਜੋਗ ਮਤ ਨੇ ਇੱਕ ਗੱਲ ਦੱਸੀ ਹੈ ਵੀ ਹਾਟੀ ਬਾਟੀ ਰਹਿ ਨਰਾਲੇ। ਸਾਡੇ ਗੁਰੂ ਗੋਰਖ ਨੇ ਦੱਸਿਆ ਵੀ ਹੱਟੀ ਨਹੀਂ ਪਾਣੀ, ਬਾਟੀ ਵਾਟਿਕਾ ਸੈਂਸ ਕੀ ਹੈ, ਖੇਤੀ ਵਾਹੀ ਨਹੀਂ ਕਰਨੀ, ਨਾ ਹੱਟੀ ਪਾ ਕੇ ਬਹਿਣਾ, ਨਾ ਨੌਕਰੀ ਕਰਨੀ ਹੈ, ਨਾ ਵਪਾਰ ਕਰਨਾ, ਨਾ ਵਾਹੀ ਕਰਨੀ ਹੈ। ਹਾਟੀ ਬਾਟੀ ਰਹੇ ਨਰਾਲੇ। ਫਿਰ ਕੁੱਲੀ ਗੁੱਲੀ ਤੇ ਜੁੱਲੀ ਦਾ ਗੁਜ਼ਾਰਾ ਹਜ਼ੂਰ ਕਹਿਣ ਲੱਗੇ ਕਿਵੇਂ ਹੋਵੇਗਾ? ਕਹਿਣ ਲੱਗੇ ਰੁੱਖ ਬਿਰਖ ਉਦਿਆਨੋ, ਗਰਮੀ ਸਰਦੀ ਦਾ ਮੁਕਾਬਲਾ ਰੁੱਖ ਥੱਲੇ ਤੇ ਕੰਦ ਮੂਲ ਆਹਾਰੋ ਖਾਈਏ। ਤੁਸੀਂ ਡਿਕਸ਼ਨਰੀ ਦੇ ਵਿੱਚੋਂ ਕੰਦ ਮੂਲ ਕੱਢੋ, ਉਹ ਪਦਾਰਥ ਜਿਨ੍ਹਾਂ ਦੇ ਪੱਤੇ ਬਾਹਰ ਨੇ ਤੇ ਫਲ ਥੱਲੇ ਹੈ, ਮੂਲੀ, ਗਾਜਰ, ਸ਼ਲਗਮ, ਹੋਰ ਇਹਦੇ ਨਾਲ ਮਿਲਦੇ ਜੁਲਦੇ, ਉਹਨਾਂ ਨੂੰ ਕੰਦ ਮੂਲ ਕਹਿ ਦਿੰਦੇ ਨੇ ਲਿਟਰੇਰੀ ਬੋਲੀ 'ਚ। ਹੁਣ ਇਹ ਆਮ ਜੰਗਲਾਂ 'ਚ ਉਦੋਂ ਹੋ ਜਾਂਦੇ ਸਨ। ਕੰਦ ਮੂਲ ਆਹਾਰੋ ਖਾਈਏ, ਔਦੂ ਬੋਲੇ ਗਿਆਨੋ। ਅੱਗੇ ਲਿਖਿਆ ਤੀਰਥ ਨਾਈਏ, ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ, ਗੋਰਖ ਪੂਤ, ਗੋਰਖ ਦਾ ਪੁੱਤਰ ਸੈਂਸ ਕੀ ਹੈ, ਚੇਲਾ। ਲੋਹਾਰੀਪਾ ਬੋਲੇ, ਲੋਹਾਰੀਪਾ ਨਾਮੀ ਜੋਗੀ ਗੁਰੂ ਨਾਨਕ ਸਾਹਿਬ ਅੱਗੇ ਵਿਚਾਰ ਰੱਖ ਰਿਹਾ, ਜੋਗ ਜੁਗਤ ਬਿਦ ਸਾਈ। ਹੁਣ ਜੇ ਅਸੀਂ ਬੱਸ ਤਿਆਰ ਕਰਕੇ ਉਹਦੇ ਅੱਗੇ ਲਿਖ ਦਈਏ ਬੈਨਰ ਬਣਾ ਕੇ, ਤੀਰਥ ਨਹਾਈਏ ਸੁਖ ਫਲ ਪਾਈਏ, ਰਾਮਕਲੀ ਸਿੱਧ ਗੋਸ਼ਟ ਮਹੱਲਾ ਪਹਿਲਾ, ਤੇ ਇਹਦਾ ਮਤਲਬ ਇਹ ਨਹੀਂ ਵੀ ਇਹ ਗੁਰੂ ਨਾਨਕ ਸਾਹਿਬ ਦੇ ਵਿਚਾਰ ਹੋ ਗਏ ਨੇ। ਉਹ ਆਪਣੇ ਵਿਚਾਰ ਇਦੋਂ ਅਗਲੇ ਬਚਨਾਂ ਦੇ ਵਿੱਚ ਜ਼ਾਹਿਰ ਕਰਦੇ ਨੇ। ਉਹ ਕਹਿੰਦੇ ਵੀ ਹਾਟੀ ਬਾਟੀ ਰਹੇ ਨਿਰਾਲੇ ਨਹੀਂ, ਹਾਟੀ ਬਾਟੀ ਨੀਂਦ ਨਾ ਆਵੇ, ਹੱਟੀ 'ਚ ਬੈਠੇ ਨੂੰ ਇਹ ਚੇਤਾ ਰਵੇ ਮੈਂ ਕੌਣ ਆ, ਕਿੱਥੋਂ ਆਇਆ ਵਾਂ, ਮੇਰੇ ਜੀਵਨ ਦਾ ਪ੍ਰਯੋਜਨ ਕੀ ਹੈ, ਮੈਂ ਆਤਮਾ ਵਾਂ, ਮੈਂ ਕਿਸੇ ਹੋਰ ਦੁਨੀਆ 'ਚੋਂ ਆਇਆ ਵਾਂ। ਔਰ ਆਇਓ ਸੁਣਨ ਪੜਨ ਕੋ, ਫਿਰ ਉਹ ਜਾਗਦਾ ਹੈ। ਤੇ ਜੇ ਉਹਨੂੰ ਭੁੱਲ ਜਾ ਵੀ ਮੈਂ ਕੌਣ ਆ, ਕਰਨ ਕੀ ਆਇਆ ਵਾਂ, ਫਿਰ ਉਹ ਸੌਂ ਗਿਆ। ਮਰਦ ਕਹਿੰਦੇ ਹੱਟੀ 'ਚ ਬਹਿਣਾ ਕੋਈ ਬੁਰੀ ਗੱਲ ਨਹੀਂ, ਪਰ ਹੱਟੀ 'ਚ ਬਹਿ ਕੇ ਜਾਗਦੇ ਰਹਿਣਾ ਚਾਹੀਦਾ, ਸਰੀਰਕ ਜਾਗ ਨਹੀਂ, ਆਤਮਿਕ ਜਾਗ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚੇਤਨਾ ਡੁਲਾਈ, ਬਿਨ ਨਾਵੇਂ ਮਨ ਟੇਕ ਨਾ ਟਿਕੀ, ਨਾਨਕ ਭੂਖ ਨਾ ਜਾਈ, ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ। ਉਹ ਖੰਡਤ ਨਿਦਰਾ ਥੋੜਾ ਸੌਣਾ, ਅਲਪ ਆਹਾਰੰਗ ਥੋੜਾ ਖਾਣਾ, ਨਾਨਕ ਤਤ ਵਿਚਾਰੋ। ਇਸੇ ਤਰ੍ਹਾਂ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ। ਪ੍ਰਚਲਿਤ ਵਿਚਾਰ ਨੂੰ ਗੁਰੂ ਨਾਨਕ ਸਾਹਿਬ ਨੇ ਲਿਆ ਹੈ। ਪ੍ਰਚਲਿਤ ਜਿਹੜੀ ਵਿਚਾਰ ਹੈ, ਮਹਾਰਾਜ ਕਹਿੰਦੇ ਵੀ ਇਹ ਵਿਚਾਰ ਬੜੀ ਪ੍ਰਚਲਿਤ ਹੈ ਵੀ ਸੰਸਾਰ ਦੀ ਕਾਰ ਨੂੰ ਇਹ ਤ੍ਰਿਦੇਵ ਜਿਹੜੇ ਨੇ ਉਹ ਚਲਾ ਰਹੇ ਨੇ, ਪਰ ਅਸਲ 'ਚ ਉਹਨਾਂ ਦਾ ਵਿਚਾਰ ਪੁਰਖ ਦਾ ਲਿਖਾਇਕ ਹੈ। ਇੱਥੇ ਇਸੇ ਤਰ੍ਹਾਂ ਜਿਵ ਤਿਸ ਸ਼ਬਦ ਹੈ, ਅਕਾਲ ਪੁਰਖ ਦਾ ਲਿਖਾਇਕ ਹੈ। ਜਿਵੇਂ ਅਕਾਲ ਪੁਰਖ ਨੂੰ ਭਾਂਦਾ ਹੈ ਔਰ ਜਿਵੇਂ ਅਕਾਲ ਪੁਰਖ ਦਾ ਫੁਰਮਾਨ ਹੈ, ਇੱਥੇ ਭਾਵ ਹੈ ਤੇ ਫੁਰਮਾਨ ਨੂੰ ਪਹਿਲਾਂ ਕਰਨਾ ਪਏਗਾ ਤੇ ਤਿਵੇਂ ਚਲਾਵੇ ਨੂੰ ਬਾਅਦ ਵਿੱਚ ਲਿਆਉਣਾ ਪਏਗਾ। ਜਿਵ ਤਿਸ ਭਾਵੈ ਤਿਵੇਂ ਚਲਾਵੇ, ਜਿਵ ਹੋਵੇ ਫੁਰਮਾਨ। ਜਿਵੇਂ ਅਕਾਲ ਪੁਰਖ ਦਾ ਫੁਰਮਾਨ ਹੁੰਦਾ ਹੈ, ਹੁਕਮ ਹੁੰਦਾ ਹੈ, ਔਰ ਜੋ ਅਕਾਲ ਪੁਰਖ ਨੂੰ ਭਾਉਂਦਾ ਹੈ ਉਹ ਹੁੰਦਾ ਹੈ। ਹੋਰ ਕਿਸੇ ਦੀ ਇੱਥੇ ਮਰਜ਼ੀ ਨਹੀਂ ਚੱਲਦੀ। ਜਿਵ ਹੋਵੇ ਫੁਰਮਾਨ। ਇੱਕ ਥਾਂ ਤੇ ਗੁਰਬਾਣੀ 'ਚ ਇੱਥੋਂ ਤੱਕ ਬਚਨ ਆਇਆ ਹੈ, ਕੋਟ ਬ੍ਰਹਮੇ, ਕਰੋੜਾਂ ਬ੍ਰਹਮੇ ਸ੍ਰਿਸ਼ਟੀ ਦੀ ਰਚਨਾ ਦੇ ਵਿੱਚ ਲਾਏ ਹੋਏ ਨੇ। ਕਿੰਨੇ ਲਾਏ ਨੇ? ਅਕਾਲ ਪੁਰਖ ਨੇ। ਉਹ ਬ੍ਰਹਮੇ ਮਰਦੇ ਵੀ ਨੇ, ਉਹ ਬ੍ਰਹਮੇ ਜਨਮ ਵੀ ਲੈਂਦੇ ਨੇ। ਤਾਂ ਮਤਲਬ ਕੀ ਹੈ ਵੀ ਮਹਾਰਾਜ ਜਿਹੜਾ ਮੈਸੇਜ ਦੇ ਰਹੇ ਨੇ ਵੀ ਸਿੱਖ ਨੇ ਸੁਪਰੀਮ ਪਾਵਰ ਨਾਲ ਜੁੜਨਾ ਹੈ। ਸਿੱਖ ਨੇ ਕਿਸੇ ਵਿਅਕਤੀ ਨਾਲ ਜਾਂ ਕਿਸੇ ਸ਼ਕਤੀ ਨਾਲ ਨਹੀਂ ਜੁੜਨਾ। ਮਾਇਆ ਕੀ ਹੈ? ਇੱਕ ਸ਼ਕਤੀ ਤੇ ਹੈ। ਦੇਵਤਿਆਂ ਨੂੰ ਵੀ ਸ਼ਕਤੀ ਰੂਪ ਵਿੱਚ ਲੈਂਦੇ ਨੇ। ਸਿੱਖ ਨੇ ਮਾਇਆ ਰੂਪੀ ਸ਼ਕਤੀ ਨਾਲ, ਦੇਵਤਿਆਂ ਰੂਪੀ ਸ਼ਕਤੀ ਦੇ ਨਾਲ ਨਹੀਂ ਜੁੜਨਾ, ਸਗੋਂ ਸਿੱਖ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਹੈ। ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਹੈ ਚਿਤਰਾਖ ਚ ਤੇਰਾ।
ਕਿੱਡਾ ਗੁਸਤਾਖ ਵਿਅਕਤੀ ਹੈ ਉਹ, ਜਿਹਦੇ ਘਰ ਸੋਭਾ ਸਿੰਘ ਦੀ ਤਸਵੀਰ ਹੋਵੇ ਤੇ ਤਸਵੀਰ ਦੇ ਸਾਹਮਣੇ ਘੰਟਾ ਘੰਟਾ ਖੜਾ ਹੋ ਕੇ ਤਾਰੀਫ ਕਰੇ ਵੀ ਵਾਹ ਸੋਭਾ ਸਿੰਘ ਕੀ ਬਾਤ ਹੈ ਤੇਰੀ, ਤੇ ਸੋਭਾ ਸਿੰਘ ਦਰਵਾਜ਼ੇ ਤੇ ਖੜਾ ਹੋ ਕੇ ਬੈਲ ਵਜਾਏ ਤੇ ਉਹਦੇ ਲਈ ਫੋਕਾ ਪਾਣੀ ਦਾ ਗਲਾਸ ਲੈ ਕੇ ਵੀ ਨਾ ਜਾਏ। ਸੋਭਾ ਸਿੰਘ ਦੀ ਤਸਵੀਰ ਚੰਗੀ ਹੈ, ਪਰ ਸੋਭਾ ਸਿੰਘ ਇਸ ਤਰ੍ਹਾਂ ਦੀਆਂ ਹੋਰ ਕਈ ਤਸਵੀਰਾਂ ਬਣਾ ਸਕਦਾ। ਤੂੰ ਕਸ਼ਮੀਰ ਦੀਆਂ ਵਾਦੀਆਂ ਨੂੰ ਵੇਖ ਕੇ ਵਾਹ ਵਾਹ ਕਰ ਉੱਠਣਾ ਹੈ, ਪਰ ਉਹਨਾਂ ਨੂੰ ਵੇਖ ਕੇ ਆਖਿਆ ਕਰ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਵਾਹਿਗੁਰੂ ਦੀ ਬਣਾਈ ਹੋਈ ਸ਼ਕਤੀ ਮਾਇਆ, ਵਾਹਿਗੁਰੂ ਦੇ ਬਣਾਏ ਹੋਏ ਹੋਰ ਜਿਹੜੇ ਦੇਵੀ ਦੇਵਤੇ ਨੇ ਮੁਬਾਰਕ ਨੇ, ਪਰ ਜਿਹੜੇ ਉਹਨਾਂ ਦੇ ਬਣਾਉਣ ਵਾਲਾ ਹੈ ਉਧਰ ਵੀ ਧਿਆਨ ਕਰਨਾ। ਐਸਾ ਨਾ ਹੋਵੇ ਵੀ ਕੀਤੇ ਕੋ ਮੇਰਾ ਸੰਬੰਧ ਹੈ। परमात्मा दे बनाई हुई शक्ति, परमात्मा दे बनाए हुए देवते, उन्होंने सुमेर पर्वत जिड्डा वड्डा समझ लेना। मेरा सुमेर हिमालय माउंट एवरेस्ट, परमात्मा दियां बनाइयां शक्तियां नूं ते सुमेर पर्वत वांगू वड्डे समझ लेना और करनहार त्रेण जाने ते बनाने वाले नूं एक तीला समझना, गली दा कख समझना, यह गुस्ताखी है। असी डायरैक्टर नाल जुड़ना है, एक्टर नाल नहीं। इन्हां दी हैसियत वध तो वध एक एक्टर दी है, एक कामे दी है। परमात्मा ने कारे लाया है, पर जिन्हें कारे लाया है वो वाहिद हस्ती है, सुप्रीम पावर है। इस वास्ते हजूर बख्शिश कर रहे हैं, जिव तिस पावे, जिवें उस अकाल पुरख नूं पाउंदा है, जिवें उसका हुक्म हुंदा है तिवें चलावे। ये सारी संसार दी कार नूं वो अपने हुक्म विच चला रहा है। ओ वेखै उन्ना नदर न आवे, बहुता ए विडान। पर कमाल दी गल है भी परमात्मा दी रची हुई जिहड़ी सृष्टि है ना, जिहदे विच ब्रह्मा विष्णु महेश भी गिन लो, होर भी गिन लो, परमात्मा इन्हां नूं वेखदा है, पर इन्हां नूं परमात्मा नज़र नहीं आउंदा। इन्हां दी इन्नी समर्था नहीं। वो वेखै उन्हां नदर ना आवे। ज्यादा हैरान करने वाली गल है, बहुता ये विधान, ये बड़ी आश्चर्य गल है, बड़ी वड्डी आश्चर्यता वाली गल है भी परमात्मा सानू सारियां नू देख रहा है, पर असी परमात्मा नू नहीं देख सकते। साडी ते ओदी समर्था विच एक ये भी फर्क है। आदेश तिसै आदेश, आद अनील अनाद अनाहत, जुग जुग एको वेश। इस वास्ते आदेश प्रणाम, किसे आदेश उस अकाल पुरख नूं प्रणाम है। किस नूं? जेड़ा मुढ़ तो है, शुद्ध स्वरूप है, जिसका मुढ़ लभ्या नहीं जा सकता और नाश रहत है। तू किसे होर शक्ति अगे सिर नहीं झुकाना, तू सिर्फ प्रणाम किनू करना है? अकाल पुरख नूं। प्रणाम तो सेंस की है? उहदे नाल जुड़ना है। जुड़न तो सेंस की है? हुक्म रजाई चलना, नानक लिखिया नाल। क्योंकि हजूर गुरु नानक साहब महाराज ने सानू एक अकाल पुरख वैगुरू नाल जोड़िया और एहतियातन उन्होंने उत्थे हिंदसे का एक वरत्या। साध संगत गुरबाणी विच ईड़ी नूं छारी कक्का मुक्ता, ईड़ी नूं छारी कक्के औंकड़, ईड़ी नूं छारी कक्के नूं फिर छारी, तुसीं वेखो अर्थ वक्रे वक्रे ने। टूक मात्र मैं गल करा भी जे ईड़ी नूं छारी ते कक्के नूं फिर छारी है ना, तो उहदा उच्चारण की करांगे जी? एक। की उच्चारण होवेगा साध संगत? पर गजब की गल है, तुहाडे चों बहुत घट संगतां नूं पता होवेगा उहदे अर्थ ने अनेक। एक वणखंड बैसे जाए साधना देवई, एक पाड़ा कक्कर भन शीतल जल हेवई। सारी पौड़ी च एक 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 आवेगा, पर अर्थ ने भी कई जंगलों च टुर गए, कई ठंडे पानी च खलो गए, कई को है एक ते अर्थ कई ने। इसलिए महाराज ने उत्थे ईड़ी नूं छारी पा के कक्का नहीं पाया, औंकड़ मुक्ता, क्योंकि विद्वान पता नहीं अपनी अपनी वाल दी खल लान दे मुताबिक की ये अर्थ कर देन, कोई रौला ना रवे। इसलिए उन्हें हिंदसे दा एक लिख के ते पा दिता ओंकार। अकाल पुरख सिर्फ एक है, कोई त्रिदेव संसार दी कारण। इस्लाम, यहूदी मत ते ईसाई मत,
ਇਹ ਤਿੰਨ ਮੱਤ ਵੀ ਭਗਵਾਨ ਦੇ ਮੁਕਾਬਲੇ ਤੇ ਇੱਕ ਤਾਕਤ ਮੰਨਦੇ ਨੇ, ਉਹਨੂੰ ਸ਼ੈਤਾਨ ਕਹਿੰਦੇ। ਸ਼ੈਤਾਨ ਉਹ ਮਨੁੱਖ ਨੂੰ ਬੁਰਾਈਆਂ ਲਈ ਪ੍ਰੇਰਦਾ। ਬਾਬਾ ਜੀ ਹੁਣ ਮੂਲ ਰੂਪ 'ਚ ਇਸਲਾਮ ਨਾਲ ਸੰਬੰਧ ਰੱਖਦੇ ਨੇ। ਉਹ ਕਹਿੰਦੇ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ ਨਿਤ, ਜੋ ਸ਼ੈਤਾਨ ਵਜਾਇਆ, ਜਿਹਨੂੰ ਸ਼ੈਤਾਨ ਨੇ ਵੇੜ ਲਿਆ, ਸੋ ਕਿਤ ਫੇਰੈ ਚਿੱਤ। ਉਹਨਾਂ ਭਗਵਾਨ ਦੇ ਪੈਰਲਲ ਨਾ ਸਾਧ ਸੰਗਤ ਇੱਕ ਸ਼ੈਤਾਨ ਦੀ ਤਾਕਤ ਲਿਆ ਕੇ ਖੜੀ ਕਰ ਦਿੱਤੀ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ